ਸੁਕਰਾਤ ਇੱਕ ਬਹੁਤ ਵੱਡਾ ਫਿਲਾਸਫਰ ਸੀ, ਅਸੀਂ ਸਭ ਜਾਣਦੇ ਹਾਂ, ਪਰ ਬਹੁਤ ਵੱਡਾ ਜੋਤਸ਼ੀ ਵੀ ਸੀ। ਉਸ ਦੇ ਕੋਲ ਤਾਂ ਕਤਾਰਾਂ ਲੱਗੀਆਂ ਰਹਿੰਦੀਆਂ ਸਨ, ਲਾਈਨਾਂ ਲੱਗੀਆਂ ਰਹਿੰਦੀਆਂ ਸਨ ਆਪਣਾ ਭਵਿੱਖ ਜਾਣਨ ਦੇ ਵਾਸਤੇ। ਇੱਕ ਦਿਨ ਜੋਤਿਸ਼ ਦੀ ਕਿਤਾਬ ਖੋਲ੍ਹ ਕੇ ਬੈਠਾ ਸੀ ਤੇ ਉਸ ਦੇ ਕੋਲ ਲੰਬੀ ਲਾਈਨ ਲੱਗੀ ਸੀ, ਲੰਬੀ ਕਤਾਰ ਲੱਗੀ ਹੋਈ ਸੀ। ਵੈਸੇ ਤਾਂ ਜਿਸ ਦੇ ਕੋਲ ਵੀ ਥੋੜ੍ਹਾ ਬਹੁਤ ਜੋਤਿਸ਼ ਦਾ ਗਿਆਨ ਹੋਵੇ ਉਸ ਦੇ ਕੋਲ ਹਮੇਸ਼ਾ ਹੀ ਕਤਾਰਾਂ ਲੱਗੀਆਂ ਰਹਿੰਦੀਆਂ ਹਨ, ਪਰ ਤੁਹਾਨੂੰ ਆਪਣਾ ਭਵਿੱਖ ਜਾਣਨ ਦੀ ਲੋੜ ਨਹੀਂ ਹੈ। ਹਰੇਕ ਦਾ ਇੱਕੋ ਹੀ ਭਵਿੱਖ ਹੈ, ਭਗਵਾਨ ਹੋ ਜਾਣਾ, ਪਰਮਾਤਮਾ ਹੋ ਜਾਣਾ। ਤੇ ਜਦੋਂ ਤੱਕ ਤੂੰ ਪਰਮਾਤਮਾ ਨਹੀਂ ਹੁੰਦਾ, ਭਗਵਾਨ ਨਹੀਂ ਹੁੰਦਾ, ਜੰਮਦਾ ਰਹੇਗਾ, ਮਰਦਾ ਰਹੇਗਾ, ਮਰਦਾ ਰਹੇਗਾ, ਜੰਮਦਾ ਰਹੇਗਾ। ਇਨਸਾਨ ਛੱਡੋ, ਪੱਥਰ ਦਾ ਵੀ ਇੱਕੋ ਹੀ ਭਵਿੱਖ ਹੈ, ਭਗਵਾਨ ਹੋ ਜਾਣਾ, ਪਰਮਾਤਮਾ ਹੋ ਜਾਣਾ। ਤੁਰਿਆ ਤੇ ਇਨਸਾਨ ਵੀ ਇਸ ਪੱਥਰ ਤੋਂ ਹੀ ਸੀ। ਪੱਥਰ ਤੋਂ ਬਨਸਪਤੀ, ਬਨਸਪਤੀ ਤੋਂ ਪਸ਼ੂ, ਤੇ ਪਸ਼ੂ ਤੋਂ ਇਨਸਾਨ ਬਣਿਆ। ਤੇ ਇਨਸਾਨ ਤੇ ਪੱਥਰ ਦਾ ਇੱਕੋ ਹੀ ਭਵਿੱਖ ਹੈ, ਪਰਮਾਤਮਾ ਹੋ ਜਾਣਾ, ਭਗਵਾਨ ਹੋ ਜਾਣਾ। ਕਹਿੰਦੇ ਇੱਕ ਦਿਨ ਬੈਠਾ ਸੀ, ਜੋਤਿਸ਼ ਦੀ ਕਿਤਾਬ ਲੈ ਕੇ ਬੈਠਾ ਸੀ। ਬੜੀ ਲੰਬੀ ਲਾਈਨ, ਬੜੀ ਲੰਬੀ ਕਤਾਰ ਲੱਗੀ ਹੋਈ ਸੀ ਲੋਕਾਂ ਦੀ ਆਪਣਾ ਭਵਿੱਖ ਜਾਣਨ ਦੇ ਵਾਸਤੇ। ਉਸ ਲਾਈਨ ਦੇ ਵਿੱਚ ਇੱਕ ਸ਼ਾਹੂਕਾਰ ਵੀ ਸੀ। ਉਹ ਕਤਾਰ ਤੋੜ ਕੇ ਛੇਤੀ ਛੇਤੀ ਅੱਗੇ ਆਣ ਵੜਿਆ ਤੇ ਸੁਕਰਾਤ ਆਖਣ ਲੱਗਾ, ਸੱਜਣ ਜੀ, ਸਭ ਆਪਣੀ ਵਾਰੀ ਦੀ ਉਡੀਕ ਵਿੱਚ ਹਨ, ਤੁਸੀਂ ਵੀ ਆਪਣੀ ਵਾਰੀ ਸਿਰ ਆਓ। ਸ਼ਾਹੂਕਾਰ ਆਖਣ ਲੱਗਿਆ, ਮੈਨੂੰ ਛੇਤੀ ਹੈ, ਮੈਨੂੰ ਜਲਦੀ ਹੈ। ਛੇਤੀ ਸਭ ਨੂੰ ਹੈ, ਜਲਦੀ ਸਭ ਨੂੰ ਹੈ। ਸ਼ਾਹੂਕਾਰ ਆਖਣ ਲੱਗਿਆ, ਤੁਸੀਂ ਜਾਣਦੇ ਹੋ ਮੈਂ ਕੌਣ ਹਾਂ? ਸੁਕਰਾਤ ਆਖਣ ਲੱਗਿਆ, ਚਲੋ ਅੱਜ ਇਹੀ ਵੇਖ ਲੈਂਦੇ ਹਾਂ ਤੁਸੀਂ ਕੌਣ ਹੋ। ਅੰਦਰੋਂ ਇੱਕ ਦੁਨੀਆ ਦਾ ਨਕਸ਼ਾ ਮੰਗਵਾਇਆ ਤੇ ਆਖਣ ਲੱਗਾ, ਦੱਸੋ ਸਾਡਾ ਦੇਸ਼ ਯੂਨਾਨ ਕਿੱਥੇ ਹੈ? ਯੂਨਾਨ ਯੂਰਪ ਦਾ ਇੱਕ ਛੋਟਾ ਜਿਹਾ ਦੇਸ਼ ਅੰਗੁਲੀ ਲਾ ਕੇ ਆਖਣ ਲੱਗਿਆ, ਇਹ ਹੈ। ਅੱਛਾ, ਯੂਨਾਨ ਦੇ ਵਿੱਚ ਸਾਡਾ ਸ਼ਹਿਰ ਏਥਨਸ ਕਿੱਥੇ ਹੈ? ਹੁਣ ਏਥਨਸ ਇੱਕ ਛੋਟਾ ਜਿਹਾ ਸ਼ਹਿਰ ਹੈ, ਦੁਨੀਆ ਦੇ ਨਕਸ਼ੇ ਦੇ ਉੱਤੇ ਇੱਕ ਬਿੰਦੂ ਹੈ। ਹੱਥ ਲਾ ਕੇ ਦੱਸਣ ਲੱਗਾ, ਇਸ ਬਿੰਦੂ ਦੇ ਉੱਤੇ ਹੱਥ ਲਾ ਕੇ ਦੱਸਣ ਲੱਗਾ, ਇਹ ਸਾਡਾ ਸ਼ਹਿਰ ਹੈ ਏਥਨਸ। ਤੇ ਏਥਨਸ ਦੇ ਵਿੱਚ ਤੁਸੀਂ ਕਿਸ ਗਲੀ ਮੁਹੱਲੇ ਤੇ ਘਰ ਦੇ ਵਿੱਚ ਰਹਿੰਦੇ ਹੋ? ਹੁਣ ਉਸਨੇ ਉਸੇ ਬਿੰਦੂ ਦੇ ਵੱਲ ਉਂਗਲੀ ਕਰਕੇ ਇਸ਼ਾਰਾ ਕੀਤਾ। ਇੱਥੇ ਬਿੰਦੂ ਦੇ ਟੁਕੜੇ ਕਿਸ ਤਰ੍ਹਾਂ ਕਰਦਾ? ਅੱਛਾ, ਇਹ ਤੁਹਾਡੀ ਹਸਤੀ ਹੈ। ਸੁਕਰਾਤ ਆਖਣ ਲੱਗਾ। ਸੁਕਰਾਤ ਨੇ ਨਕਸ਼ਾ ਉਸਦੀ ਜੇਬ ਦੇ ਵਿੱਚ ਪਾਇਆ ਤੇ ਆਖਣ ਲੱਗਾ, ਜਦੋਂ ਵੀ ਕਦੇ ਦਿਲ ਵਿੱਚ ਆਵੇ ਕਿ ਮੈਂ ਕੌਣ ਹਾਂ, ਇਹ ਨਕਸ਼ਾ ਖੋਲ੍ਹ ਕੇ ਵੇਖ ਲਿਆ ਕਰੋ। ਅਸੀਂ ਸਭ ਹੀ ਇਸੇ ਤਰ੍ਹਾਂ ਕਰਦੇ ਹਾਂ। ਕੋਈ ਮੂੰਹੋਂ ਬੋਲ ਦਿੰਦਾ, ਕੋਈ ਅੰਦਰੋਂ ਹੀ ਆਵਾਜ਼ਾਂ ਮਾਰੀ ਜਾਂਦਾ। ਜਦੋਂ ਤੱਕ ਮੈਂ ਹਾਂ, ਮੇਰੀ ਹਸਤੀ ਹੈ, ਉਦੋਂ ਤੱਕ ਸਹਿਣਸ਼ੀਲਤਾ ਕਿੱਥੇ? ਕਦੀ ਵੀ ਨਹੀਂ ਆ ਸਕਦੀ। ਤੂੰ ਖਾਕ ਹੋ ਜਾ, ਫਿਰ ਹੀ ਸਹਿਣਸ਼ੀਲਤਾ ਆ ਸਕਦੀ ਹੈ। ਫਿਰ ਮੇਰੇ ਬਾਦਸ਼ਾਹ ਅੱਗੇ ਆਖਦੇ ਹਨ, ਜੋ ਕੁਛ ਕਰੇ ਭਲਾ ਕਰ ਮਾਨੋ ਸਹਿਜ ਜੋਗ ਨਿਤ ਪਾਵੋ। ਫਿਰ ਸਿਰਫ ਇਹੀ ਨਹੀਂ, ਇਸੇ ਤਰ੍ਹਾਂ ਨਹੀਂ ਕਿ ਇਨਸਾਨ ਨੇ ਇਨਸਾਨ ਨੂੰ ਗੋਇਆ ਕੱਢੀ ਹੈ। ਮੈਂ ਇਨਸਾਨ ਨੂੰ ਹੀ ਅੱਖਾਂ ਵਿਖਾਉਣਾ, ਮੈਂ ਮਨੁੱਖ ਨੂੰ ਹੀ ਅੱਖਾਂ ਵਿਖਾਉਣਾ ਨਹੀਂ। ਜੇ ਮੈਨੂੰ ਦੁੱਖ ਪਰਮਾਤਮਾ ਦਿੰਦਾ ਹੈ ਤਾਂ ਅਕਸਰ ਜਦੋਂ ਮਨੁੱਖ ਸਮਝਦਾਰ ਹੋ ਜਾਵੇ, ਉਸਨੂੰ ਇਹ ਪਤਾ ਚੱਲ ਜਾਵੇ ਕਿ ਸਭ ਕੁਝ ਤਾਂ ਪਰਮਾਤਮਾ ਦੇ ਹੱਥ ਵਿੱਚ ਹੈ, ਫਿਰ ਤਾਂ ਹੋਰ ਵੀ ਪਰਮਾਤਮਾ ਤੋਂ ਮੰਗਦਾ ਹੈ। ਸਿਰਫ ਸੁੱਖ ਤੂੰ ਦੇ ਸਕਦਾ, ਫਿਰ ਕਿਉਂ ਨਹੀਂ ਦਿੰਦਾ? ਕਿਉਂ ਦੁਖੀ ਕਰਦਾ ਹੈ? ਫਿਰ ਇਸ ਦੇ ਵਿੱਚ ਵੀ ਦੋ ਗੱਲਾਂ ਹਨ। ਪਰਮਾਤਮਾ ਸਾਨੂੰ ਹਮੇਸ਼ਾ ਹੀ ਕਰਮਾਂ ਦੇ ਅਨੁਸਾਰ ਕਰਮਾਂ ਦੇ ਵਿਸਾਧ ਹੀ ਦਿੰਦਾ ਹੈ, ਤੇ ਪਰਮਾਤਮਾ ਸਾਨੂੰ ਉਹ ਦਿੰਦਾ ਜਿਸ ਦੀ ਸਾਨੂੰ ਲੋੜ ਹੈ। ਪਰਮਾਤਮਾ ਜਦੋਂ ਵੀ ਕਿਸੇ ਮਨੁੱਖ ਨੂੰ ਦਿੰਦਾ ਹੈ, ਉਸਦੇ ਕਰਮਾਂ ਦੇ ਅਨੁਸਾਰ ਉਸਦੇ ਕਰਮਾਂ ਦੇ ਵਿਸਾਧ ਹੀ ਦਿੰਦਾ ਹੈ। ਜੋ ਅਸੀਂ ਬੀਜਿਆ ਹੈ, ਕਰਮ ਬੀਜ ਹੈ, ਕਰਮਾਂ ਤੋਂ ਸੰਸਕਾਰ, ਸੰਸਕਾਰਾਂ ਤੋਂ ਪ੍ਰਾਰਬਧ ਤੇ ਪ੍ਰਵਰਤਨ, ਜਾਨੀ ਕਿ ਭਾਗ ਹਿੱਸਾ। ਉਦੋਂ ਹੀ ਹਨ ਸੁੱਖ ਤੇ ਦੁੱਖ। ਜੋ ਬੀਜਿਆ, ਜੋ ਬੀਜਿਆ ਸੂਰੂ ਨੇ ਕਰਮਾਂ ਸੰਧੜਾ ਖੇਤ। ਇਸ ਕਰਮਾਂ ਦੀ ਖੇਤੀ ਦੇ ਵਿੱਚ ਜੋ ਬੀਜੇਗਾ ਉਹੀ ਕਈ ਗੁਣਾ ਹੋ ਕੇ ਮਿਲਦਾ ਹੈ। ਇੱਕ ਫਲਦਾਰ ਬੂਟਾ ਹੈ, ਸੇਬ ਹੈ, ਕਿੰਨੂ ਹੈ, ਸੰਤਰਾ ਹੈ, ਕੁਝ ਵੀ ਹੈ, ਉਸਦਾ ਬੀਜ ਤਾਂ ਇੱਕ ਬੀਜਿਆ, ਪਰ ਉਸਦੇ ਫਲ ਸੈਂਕੜੇ ਹਜ਼ਾਰਾਂ ਲੱਗਦੇ ਹਨ, ਕਈ ਗੁਣਾ ਹੋ ਕੇ ਲੱਗਦੇ ਹਨ। ਇਸੇ ਤਰ੍ਹਾਂ ਹੀ ਕਰਮਾਂ ਦਾ ਬੀਜ ਹੈ। ਜੇ ਚੰਗਾ ਬੀਜਿਆ ਤਾਂ ਕਈ ਗੁਣਾ ਹੋ ਕੇ ਵਾਪਸ ਆਵੇਗਾ, ਤੇ ਜੇ ਮਾੜਾ ਬੀਜਿਆ ਉਹ ਵੀ ਕਈ ਗੁਣਾ ਹੋ ਕੇ ਹੀ ਵਾਪਸ ਆਵੇਗਾ। ਜੇ ਤੂੰ ਕਿਸੇ ਨੂੰ ਸੁੱਖ ਦਿੱਤਾ ਹੈ ਤਾਂ ਕਈ ਗੁਣਾ ਹੋ ਕੇ ਤੇਰੇ ਉੱਤੇ ਵਰਸੇਗਾ, ਤੇ ਜੇ ਦੁੱਖ ਦਿੱਤਾ ਹੈ ਤਾਂ ਕਈ ਗੁਣਾ ਹੋ ਕੇ ਵਾਪਸ ਆਵੇਗਾ, ਕਈ ਗੁਣਾ ਹੋ ਕੇ ਟਕਰਾ ਕੇ ਵਾਪਸ ਆਵੇਗਾ। ਕੁਦਰਤ ਦਾ ਇਹੀ ਨਿਯਮ ਹੈ। ਦੂਸਰਾ, ਪਰਮਾਤਮਾ ਦਿੰਦਾ ਉਹ ਹੈ ਜਿਸ ਦੀ ਸਾਨੂੰ ਲੋੜ ਹੈ। ਹੁਣ ਇੱਕ ਬੱਚੇ ਨੂੰ ਕੀ ਪਤਾ ਕਿ ਉਸਦੀ ਕੀ ਲੋੜ ਹੈ?
ਬੱਚਾ ਤਾਂ ਚਾਹੁੰਦਾ ਕਿ ਅੱਗ ਦੇ ਵਿੱਚ ਹੱਥ ਪਾਵਾਂ, ਸੱਪ ਦੇ ਮੂੰਹ ਦੇ ਵਿੱਚ ਹੱਥ ਪਾਵਾਂ, ਅਸਲੀ ਸ਼ੇਰ ਦੇ ਨਾਲ ਖੇਡਾਂ। ਤੇ ਜੇ ਮਾਂ ਪਿਓ ਰੋਕਣ ਤਾਂ ਉਹ ਵੀ ਦੁਸ਼ਮਣ ਵੈਰੀ ਬਣ ਗਏ। ਹੰਕਾਰ ਨੂੰ ਸੱਟ ਵੱਜੀ ਹੈ। ਇੱਕ ਬੱਚੇ ਨੂੰ ਆਪਣੀ ਲੋੜ ਨਹੀਂ ਪਤਾ। ਤੇ ਧਾਰਮਿਕ ਮਾਮਲੇ ਦੇ ਵਿੱਚ ਅਸੀਂ ਹਮੇਸ਼ਾ ਹੀ ਬੱਚੇ ਹਾਂ। ਕਬੀਰ ਤੇ ਬੁਲੰਦ ਆਵਾਜ਼ ਵਿੱਚ ਆਖਦੇ ਲੋਗਨ ਰਾਮ ਖਿਲਾਉਣਾ ਜਾਣਾ, ਮਾਥੇ ਤਿਲਕ ਹੱਥ ਪਾਉਂਦਾ ਗਾਣਾ। ਫਿਰ ਪਰਮਾਤਮਾ ਸਾਨੂੰ ਧਾਰਮਿਕ ਮਾਮਲਿਆਂ ਦੇ ਵਿੱਚ ਪ੍ਰੌੜ ਕਰਨ ਵਾਸਤੇ ਦੁੱਖ ਦਿੰਦਾ ਹੈ। ਦੁੱਖ ਆਖ ਲਓ ਜਾਂ ਪ੍ਰੀਖਿਆ ਆਖ ਲਓ, ਪ੍ਰੀਖਿਆ ਦਿੰਦਾ, ਉਸ ਦੇ ਵਿੱਚ ਲਗਾਉਂਦਾ ਹੈ। ਪਰਮਾਤਮਾ ਸ਼ੁੱਧ ਸੋਨੇ ਤੋਂ ਥੱਲੇ ਕਿਸੇ ਨੂੰ ਕਬੂਲ ਨਹੀਂ ਕਰਦਾ ਤੇ ਸ਼ੁੱਧਤਾ ਵਾਸਤੇ ਭੱਠੀ ਦੇ ਵਿੱਚੋਂ ਤਾਂ ਲੰਘਣਾ ਹੀ ਪਵੇਗਾ। ਜੋ ਪਰਮਾਤਮਾ ਨੇ ਕੀਤਾ ਤੇਰੀ ਭਲਾਈ ਵਾਸਤੇ ਕੀਤਾ। ਜਦੋਂ ਸਭ ਕੁਝ ਮਨ ਨੇ ਅੰਦਰੋਂ ਪ੍ਰਵਾਨ ਕਰ ਲਿਆ, ਫਿਰ ਉਹ ਆਤਮਾ ਆਪ ਜੋਗੀ ਬਣ ਗਈ। ਇਹ ਦੇਹ ਦੇ ਰੋਗ ਤੇ ਭੋਗਾਂ ਦੇ ਨਾਲ ਭਰੀ ਪਈ ਹੈ, ਪਰ ਆਤਮਾ ਤਾਂ ਨਿਰੰਜਨ ਹੈ, ਭਾਵ ਅੰਜਨ ਤੋਂ ਬਗੈਰ, ਕਾਲਕ ਤੋਂ ਬਗੈਰ ਨਿਰਮਲ ਹੈ। ਜਿਸ ਦਿਨ ਮਨ ਆਤਮਾ ਹੋ ਗਿਆ, ਪਰ ਉਹ ਤਾਂ ਹੀ ਹੋ ਸਕਦਾ ਜੇ ਅੰਮ੍ਰਿਤ ਤੇਰੇ ਮਨ ਦੇ ਕਰ ਪੁੱਜ ਗਿਆ। ਪਰ ਇਹ ਗੱਲ ਆਖਣੀ ਥੋੜੀ ਅਟਪਟੀ ਹੈ। ਉਹ ਅੰਮ੍ਰਿਤ ਤੇ ਹਰ ਵਕਤ ਨਾ ਬਲਕਿ ਵਰਸਦਾ ਹੈ, ਸਗੋਂ ਤੇਰੇ ਕੋਲ ਹੀ ਸਾਡੀ ਹਿੰਮਤ ਤੇ ਸਾਡੀਆਂ ਬੇਈਮਾਨੀਆਂ ਹੀ ਉਸ ਨੂੰ ਸਾਡੇ ਤੋਂ ਦੂਰ ਕਰਦੀਆਂ ਹਨ। ਇੱਕ ਆਦਮੀ ਡਾਕਟਰ ਦੇ ਕੋਲ ਗਿਆ ਤੇ ਆਖਣ ਲੱਗਿਆ, ਡਾਕਟਰ ਸਾਹਿਬ 2 ਸਾਲ ਪਹਿਲਾਂ ਮੈਂ ਬਿਮਾਰ ਹੋ ਗਿਆ ਸੀ ਤੇ ਤੁਹਾਡੇ ਕੋਲ ਆਇਆ ਸੀ। ਡਾਕਟਰ ਨੇ ਪੁੱਛਿਆ ਕੀ ਹੋਇਆ ਸੀ? ਜੀ ਬੁਖਾਰ ਹੋਇਆ ਸੀ, ਤੁਸੀਂ ਦਵਾਈ ਦਿੱਤੀ ਤੇ ਠੀਕ ਹੋ ਗਿਆ ਸੀ। ਫਿਰ ਹੁਣ ਕੀ ਤਕਲੀਫ ਹੈ? ਜੀ ਉਦੋਂ ਤੁਸੀਂ ਆਖਿਆ ਸੀ ਕਿ ਨਹਾਉਣਾ ਬੰਦ ਕਰ ਦਿਓ। ਮੈਂ ਪੁੱਛਣ ਆਇਆ ਹਾਂ ਕਿ ਮੈਂ ਨਹਾਉਣਾ ਸ਼ੁਰੂ ਕਰ ਸਕਦਾ ਹਾਂ। 2 ਸਾਲ ਬਾਅਦ ਸਾਡੀਆਂ ਇਹੋ ਜਿਹੀਆਂ ਬੇਈਮਾਨੀਆਂ ਨੇ ਸਾਨੂੰ ਉਸ ਪਰਮ ਰਸ ਤੋਂ, ਪਰਮ ਆਨੰਦ ਤੋਂ, ਪਰਮ ਪ੍ਰਕਾਸ਼ ਤੋਂ ਦੂਰ ਕਰਦੀਆਂ ਹਨ। ਉਸ ਅੰਮ੍ਰਿਤ ਦੀ ਇੱਕ ਇੱਕ ਬੂੰਦ ਨੂੰ ਅਸੀਂ ਤਰਸਦੇ ਹਾਂ, ਸਿਰਫ ਇਹਨਾਂ ਬੇਈਮਾਨੀਆਂ ਦੇ ਕਰਕੇ। ਉਹ ਅੰਮ੍ਰਿਤ ਸਰੂਪ ਤੋਂ ਬਗੈਰ ਮਨ ਆਤਮਾ ਨਹੀਂ ਬਣ ਸਕਦੀ। ਤੇ ਜਦੋਂ ਤੱਕ ਮਨ ਆਤਮਾ ਨਹੀਂ ਹੁੰਦੀ, ਉਦੋਂ ਤੱਕ ਤ੍ਰਿਪਤੀ ਕਿੱਥੇ? ਜਿਸ ਦਿਨ ਉਹ ਅੰਮ੍ਰਿਤ ਦੀ ਵਰਖਾ ਸ਼ੁਰੂ ਹੋ ਗਈ, ਮਨ ਦੀ ਮੌਤ, ਮਨ ਸ਼ਾਂਤ ਹੋ ਗਿਆ, ਮਨ ਇੱਕ ਸਰੂਪ ਹੋ ਗਿਆ, ਫਿਰ ਸਭ ਰਸ ਹੀ ਰੱਬ, ਸਭ ਆਨੰਦ ਹੀ ਆਨੰਦ, ਪ੍ਰਕਾਸ਼ ਹੀ ਪ੍ਰਕਾਸ਼ ਹੋ ਜਾਵੇਗਾ। ਅੰਮ੍ਰਿਤ ਦੀ ਵਰਖਾ ਹੋਵੇ ਪਈ, ਜਿੱਥੇ ਆਤਮਾ ਦਾ ਵਾਸ ਹੋ, ਪਰਮਾਤਮਾ ਦਾ ਨਗਰ, ਤੇ ਉਸ ਦੇ ਨਗਰ ਤੱਕ ਕਿਸੇ ਲੋੜ ਨੂੰ ਖੁਆਇਸ਼ ਨਹੀਂ ਬਣਾਇਆ ਜਾ ਸਕਦਾ, ਕਿਸੇ ਵਾਦ ਨੂੰ ਵਿਵਾਦ ਨਹੀਂ ਬਣਾਇਆ ਜਾ ਸਕਦਾ, ਕਿਸੇ ਵਿਚਾਰ ਨੂੰ, ਦੁਨੀਆ ਦਾ ਕੋਈ ਵੀ ਵਿਚਾਰ ਹੋਵੇ ਉਸ ਨੂੰ ਤਕਰਾਰ ਨਹੀਂ ਬਣਾਇਆ ਜਾ ਸਕਦਾ। ਪਰ ਦੁਨੀਆ ਦੇ ਵਿੱਚ ਜਿਤਨਾ ਤਕਰਾਰ ਵਿਚਾਰ ਤੇ ਇਹ ਮਜ਼ਹਬ ਧਰਮ ਕੀ ਹਨ? ਵਿਚਾਰ ਦੇ ਰਸਤੇ ਹਨ, ਵਿਚਾਰ ਦੇ ਤੁਰਨ ਵਾਸਤੇ ਰਸਤੇ ਹਨ। ਤੇ ਜਿਤਨਾ ਬਖੇੜਾ ਰੱਬਾ ਵਿਚਾਰਦਾ ਹੈ, ਉਤਨਾ ਘੱਟੋ ਘੱਟ ਇਨਸਾਨ ਦੀ ਦੁਨੀਆ ਦੇ ਵਿੱਚ ਹੋਰ ਕਿਸੇ ਸ਼ੈ ਦਾ ਨਹੀਂ ਹੈ। ਇਨਸਾਨ ਪਿਛਲੇ 5000 ਸਾਲ ਦੇ ਇਤਿਹਾਸ ਦੇ ਵਿੱਚ 15,000 ਤੋਂ ਉੱਪਰ ਲੜਾਈਆਂ ਲੜ ਚੁੱਕਾ ਹੈ, ਆਪਾਂ ਲੋਕਾਂ ਦਾ ਖੂਨ ਵਗਾ ਚੁੱਕਾ ਹੈ। ਤੇ ਉਹਨਾਂ ਦੇ ਵਿੱਚੋਂ ਬਹੁਤ ਲੜਾਈਆਂ ਵਿਚਾਰ ਕਰਕੇ ਹੀ ਲੜੀਆਂ ਗਈਆਂ ਹਨ। ਮੈਨੂੰ ਤੇਰਾ ਵਿਚਾਰ ਮਨਜ਼ੂਰ ਨਹੀਂ, ਪਸੰਦ ਨਹੀਂ। ਇਹ ਵਿਚਾਰ ਤਾਂ ਸੀ ਤੇ ਹੈ ਅਵਿਚਾਰ ਪਰਮਾਤਮਾ ਤੱਕ ਪੁੱਜਣ ਵਾਸਤੇ, ਪਰ ਅਸੀਂ ਤਾਂ ਜਾਨਵਰ ਬਣ ਗਏ। ਜਾਣਾ ਤਾਂ ਅੱਗੇ ਸੀ, ਪਰ ਪਿੱਛੇ ਤੁਰ ਪਏ ਹਾਂ। ਉਸ ਦੇ ਨਗਰ ਦੇ ਵਿੱਚ ਸਿਰਫ ਸਿੰਘੀ ਨਾਦ ਹੀ ਵੱਜਦਾ ਤੇ ਉਹ ਦਿਨ ਰਾਤ ਵੱਜਦਾ ਹੈ। ਭਗਤ ਹਮੇਸ਼ਾ ਉਸ ਦੇ ਵਿੱਚ ਮਸਤ ਰਹਿੰਦੇ, ਲੀਨ ਰਹਿੰਦੇ ਹਨ। ਤੇ ਮੁਦਰਾ ਮਨ ਦੇ ਵਿੱਚ ਪਾ ਲਈਆਂ। ਤੇ ਹੁਣ ਇਸ ਪੱਤ ਨੂੰ, ਇਸ ਖੱਪਰ ਨੂੰ ਵਿਚਾਰ ਬਣਾ ਲੈ। ਤੇ ਇਹ ਡੰਡਾ ਵੀ ਛੱਡਣ ਦੀ ਲੋੜ ਨਹੀਂ। ਹਾਂ, ਉਹ ਡੰਡਾ ਹੈ ਗਿਆਨ ਦਾ। ਪਰ ਕਿਹੜਾ ਗਿਆਨ? ਮੇਰੇ ਬਾਦਸ਼ਾਹ ਲਿਖਦੇ ਹਨ, ਪੱਤ ਵਿਚਾਰ ਗਿਆਨ ਮਤ ਡੰਡਾ, ਵਰਤਮਾਨ ਵਿਭੂਤਨ। ਉਹ ਗਿਆਨ ਜਿਸ ਦੀ ਸਮਝ ਹੈ। ਸਮਝ ਤੋਂ ਬਗੈਰ ਗਿਆਨ ਕਿਸੇ ਕੰਮ ਦਾ ਨਹੀਂ। ਪਰ ਸਮਝ ਕਿਸ ਗੱਲ ਦੀ? ਸਮਝ ਇਤਨੀ ਕਿ ਪਾਣੀ ਦਾ ਗਿਲਾਸ ਤੇ ਇਸਦਾ ਫਾਰਮੂਲਾ ਜਾਣਨ ਦੇ ਨਾਲ ਪਿਆਸ ਨਹੀਂ ਬੁਝ ਸਕਦੀ। ਪਾਣੀ ਨੂੰ ਪੀਤਿਆਂ ਹੀ ਪਿਆਸ ਬੁਝ ਸਕਦੀ ਹੈ। ਗਿਆਨ ਦੀ ਸਮਝ ਡੰਡਾ ਹੈ, ਜਿਹੜਾ ਆਸਰੇ ਦਾ ਕੰਮ ਦਿੰਦਾ ਹੈ। ਪਰ ਜੇ ਸਿਰਫ ਡੰਡਾ ਫੜ ਲਿਆ, ਗਿਆਨ ਫੜ ਲਿਆ ਤੇ ਤੁਰੇ ਹੀ ਨਾ, ਫਿਰ ਉਹੀ ਸਮਝ ਲੰਗੜਾ ਕਰ ਦੇਵੇ। ਕਿਤੇ ਸਾਰੇ ਸੰਸਾਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ, ਸਭ ਲੰਗੜੇ, ਸਭ ਅੰਨੇ ਹਨ।
ਇੱਕ ਦੂਜੇ ਦੇ ਨਾਲ ਟਕਰਾਉਂਦੇ ਹਨ, ਉਹਨਾਂ ਲਾਠੀਆਂ ਦੇ ਨਾਲ ਹੀ ਟਕਰਾਉਂਦੇ ਹਨ ਜਿਹੜੀ ਕਿ ਆਸਰਾ ਬਾਣੀ ਉਸ ਪਰਮਾਤਮਾ ਤੱਕ ਪੁੱਜਣ ਵਾਸਤੇ, ਉਸ ਪਰਮਾਤਮਾ ਤੋਂ ਦੂਰ ਜਾਣ ਵਾਸਤੇ ਅਸੀਂ ਉਸ ਨੂੰ ਵਰਤਦੇ ਹਾਂ। ਫਿਰ ਮੇਰੇ ਪਾਤਸ਼ਾਹ ਇਸ ਪੰਕਤੀ ਦੇ ਵਿੱਚ ਹੀ ਆਖਦੇ ਹਨ, ਵਰਤਮਾਨ ਵਿਭੂਤਨ, ਵਰਤਮਾਨ ਨੂੰ ਤੂੰ ਸਵਾਵੰਤ ਆਪਣੇ ਮਨ ਤੇ ਮੰਨ, ਹਮੇਸ਼ਾ ਹਰ ਕੰਮ ਇਸ ਵਰਤਮਾਨ ਵਾਸਤੇ ਹੀ ਕਰ, ਨਾ ਤੇ ਕੱਲ ਤੇ ਨਾ ਹੀ ਭਲਕ। ਪਰਮਾਤਮਾ ਦੋਹਾਂ ਦੇ ਵਿੱਚੋਂ ਕਿਸੇ ਵਿੱਚ ਵੀ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਕੱਲ ਦੇ ਵਿੱਚ ਯਾਦਾਂ ਹਨ, ਸੁੱਖ ਚੇਤੇ ਆਵੇਗਾ ਜਾਂ ਦੁੱਖ ਚੇਤੇ ਆਵੇਗਾ, ਬਹੁਤੀ ਵਾਰੀ ਸੁੱਖ ਹੀ ਚੇਤੇ ਆਵੇਗਾ। ਉਹ ਸੁੱਖ ਉਸ ਵੇਲੇ ਕਦੀ ਤਾਂ ਸੁੱਖ ਸੀ, ਪਰ ਸਮੇਂ ਦੇ ਵੇਲੇ ਦੇ ਪ੍ਰਭਾਵ ਥੱਲੇ ਆਣ ਕੇ ਦੁੱਖ ਬਣ ਗਿਆ। ਸਾਨੂੰ ਸੁੱਖ ਚਾਹੀਦਾ ਜੋ ਸਦੀਵੀ ਹੋਵੇ, ਜਿਸ ਦੀ ਕੋਈ ਹੱਦ ਨਾ ਹੋਵੇ, ਕੋਈ ਸੀਮਾ ਨਾ ਹੋਵੇ, ਕੋਈ ਮਜਰਤ ਨਾ ਹੋਵੇ, ਜੋ ਆਨੰਦ ਹੈ ਅਨਹਦ, ਜਿਸ ਦੀ ਕੋਈ ਹੱਦ ਨਹੀਂ। ਤੇ ਦੂਸਰਾ ਹੈ ਪਲਕ, ਪਰ ਪਲਕ ਵਿੱਚ ਕੀ ਹੈ? ਚਿੰਤਾ ਹੈ, ਫਿਕਰ ਹੈ। ਫਿਕਰ ਚਿੰਤਾ ਮਨ 'ਚ ਕਦੇ ਵੀ ਸ਼ਾਂਤੀ ਨਹੀਂ ਰਹਿਣ ਦਿੱਤੀ। ਸਾਨੂੰ ਤਾਂ ਸਦੀਵੀ ਸੁੱਖ ਚਾਹੀਦਾ ਹੈ। ਸਦੀਵੀ ਸੁੱਖ ਜਾਂ ਆਨੰਦ ਦੀ ਪ੍ਰਾਪਤੀ ਹਮੇਸ਼ਾ ਵਰਤਮਾਨ ਦੇ ਵਿੱਚ ਹੀ ਹੁੰਦੀ ਹੈ। ਵਰਤਮਾਨ ਦੀ ਰਾਖ, ਵਰਤਮਾਨ ਦੀ ਸਵਾਹ ਕੱਲ ਤੇ ਪਲਕ ਨੂੰ ਸਾੜ ਕੇ ਹੀ ਮਨ ਤੇ ਲਗਾਈ ਜਾ ਸਕਦੀ ਹੈ, ਤੇ ਮਨ ਦੇ ਵਿੱਚ ਪੁੱਜਿਆ ਕੱਲ ਤੇ ਪਲਕ ਦੋਵੇਂ ਹੀ ਸੜ ਕੇ ਸਵਾਹ ਹੋ ਜਾਂਦੇ। ਪਰ ਵਰਤਮਾਨ ਸਵਾਹ ਉਸ ਵਰਤਮਾਨ ਦੀ, ਇਸ ਮਨ ਨੂੰ ਪਹਿਲਾਂ ਤੋਂ ਵਰਤਮਾਨ ਦੇ ਵਿੱਚ ਲੈ ਕੇ ਆਇਆ, ਤਾਂ ਫਿਰ ਉਸ ਮਨ ਦੇ ਉੱਤੇ ਮਾਰ। ਮੇਰੇ ਬਾਦਸ਼ਾਹ ਦੇ ਸਵਾਲ ਨੂੰ ਆਪਣੇ ਮਨ ਤੇ ਲਗਾ ਕੇ ਰੱਖ। ਫਿਰ ਸਾਡੀ ਮਰਿਆਦਾ ਇੱਕ ਹੀ ਹੈ ਕਿ ਹਰੀ ਦੀ ਇਸ ਪਰਮਾਤਮਾ ਦੀ ਸਿਫਤ ਸਲਾਹ ਕਰਨਾ। ਸਾਡਾ ਹੋਰ ਕੋਈ ਵੀ ਖਾਸ ਨੇਮ ਨਹੀਂ, ਮਰਿਆਦਾ ਨਹੀਂ ਹੈ। ਪਰਥਰੀ ਦਾ ਇੱਕ ਇਹ ਵੀ ਸਵਾਲ ਸੀ, ਅਸੀਂ ਤੇ ਗੋਰਖ ਦੇ ਚੇਲੇ ਹਾਂ, ਨਾਥ ਜੋਗੀ, ਤੁਹਾਡਾ ਪੰਥ, ਤੁਹਾਡਾ ਰਸਤਾ ਕਿਹੜਾ ਹੈ? ਇਹ ਜਿਤਨੇ ਵੀ ਧਰਮ ਹਨ ਸਭ ਪਰਮਾਤਮਾ ਦੇ ਰਸਤੇ ਹਨ, ਪਰਮਾਤਮਾ ਵੱਲ ਹੀ ਜਾਂਦੇ ਹਨ। ਹਰ ਇੱਕ ਦੀ ਆਪਣੀ ਖੁਸ਼ਬੂ ਹੈ, ਆਪਣੀ ਖੂਬਸੂਰਤੀ ਹੈ, ਹਰ ਫੁੱਲ ਮੁਅੱਤਰ ਕਰਦਾ ਹੈ। ਪਰ ਸਾਡਾ ਰਸਤਾ ਸਾਰਿਆਂ ਦੇ ਨਾਲ ਚੱਲਣਾ ਤੇ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ, ਇਹੀ ਸਾਡਾ ਪੰਥ, ਸਾਡਾ ਰਸਤਾ ਹੈ। ਹਰ ਇੱਕ ਦੇ ਵਿੱਚ ਉਹੀ ਜੋਤ ਜਗਦੀ ਹੈ, ਉਹ ਇੱਕੋ ਜੋਤ। ਕਿਸ ਤਰ੍ਹਾਂ ਕਿਸੇ ਨੂੰ ਛੱਡ ਦੇਵਾਂ, ਕਿਸੇ ਦੇ ਨਾਲ ਚੱਲਣ ਤੋਂ ਇਨਕਾਰ ਕਰ ਦੇਵਾਂ? ਹਰ ਵਰਨ, ਹਰ ਰੰਗ, ਹਰ ਦੇਸ਼, ਹਰ ਬੋਲੀ, ਹਰ ਮਜ਼ਹਬ ਦੀ ਅਸੀਂ ਨਾਲ ਤੁਰਦੇ ਹਾਂ, ਤੇ ਜੋ ਤੁਰਨ ਲਈ ਤਿਆਰ ਹਾਂ ਤਾਂ ਨਾਲ ਵੀ ਤੋਰਦੇ ਹਾਂ। ਸਗਲੀ ਜੋਤ ਹਮਾਰੀ ਸਮਿਆ, ਨਾਨਾ ਵਰਨ ਅਨੇਕਨ, ਕਹੋ ਨਾਨਕ ਸੁਨ ਪਰਤਰ ਜੁਗੀ, ਬਾਰ ਬ੍ਰਹਮ ਲਿਵ ਏਕਨ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰ ਵਰਨ, ਹਰ ਜਾਤ, ਕਈ ਮਜ਼ਹਬ ਦੀ ਬਾਣੀ ਹੈ। ਤੁਸੀਂ ਹੈਰਾਨ ਹੋਵੋਗੇ, ਗੁਰੂ ਗ੍ਰੰਥ ਸਾਹਿਬ ਦੇ ਵਿੱਚ 14 ਬੋਲੀਆਂ ਦਾ ਸੰਗ੍ਰਹਿ ਹੈ। ਤਾਂ ਉਸ ਦੀ ਲਿਪੀ ਜ਼ਰੂਰ ਗੁਰਮੁਖੀ ਹੈ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ 14 ਬੋਲੀਆਂ ਦੇ ਵਿੱਚ ਲਿਖਿਆ ਹੋਇਆ ਹੈ। ਗੁਰੂ ਗ੍ਰੰਥ ਸਾਹਿਬ ਸ਼ਕਤੀ ਭਗਤਾਂ ਦੀ ਬਾਣੀ ਹੈ ਉਸ ਦੇ ਵਿੱਚ। ਫਿਰ ਪਰਥਰੀ ਦਾ ਆਖਰੀ ਪ੍ਰਸ਼ਨ ਸੀ, ਸੰਸਾਰ ਦਾ ਡੋਬ ਦਿੰਦਾ ਹੈ, ਤੁਸੀਂ ਤੇ ਘਰ-ਬਾਰ ਨਹੀਂ ਛੱਡਿਆ, ਤੁਹਾਡਾ ਤੇ ਪਰਿਵਾਰ ਹੈ, ਫਿਰ ਤੁਸੀਂ ਛੱਡਣ ਲਈ ਆਖਦੇ ਵੀ ਨਹੀਂ। ਇਹ ਗੱਲਾਂ ਦੋਵੇਂ ਰਲਦੀਆਂ ਨਹੀਂ ਜਾਪਦੀਆਂ। ਫਿਰ ਮੇਰੇ ਬਾਦਸ਼ਾਹ ਪਰਥਰੀ ਨੂੰ ਖਾਤਮ ਹੋ ਕੇ ਸਮਝਾਉਂਦੇ ਹਨ, ਜਲ ਤੇ ਉਪਜੇ ਜਲ ਤੇ ਦੂਰ, ਜਲ ਮੇ ਜੂਤ ਰਿਹਾ ਭਰਪੂਰ, ਕਿਸ ਨੇੜੇ ਕਿਸ ਆਖ ਦੂਰ, ਨਿਤ ਗੁਣ ਗਾਵਾਂ ਦੇਖ ਦੂਰ, ਅੰਤਰ ਬਾਹਰ ਅਵਰ ਨਾ ਕੋਈ, ਜੋਤ ਸੁਭਾਵੇ ਸੁਪਨ ਹੋਏ ਸੁਨ ਪਰਥਰ, ਨਾਨਕ ਕਹੇ ਵਿਚਾਰ, ਨਿਰਮਲ ਨਾਮ ਮੇਰਾ ਆਧਾਰ। ਪਰਥਰੀ, ਤੂੰ ਤਾਂ ਜਪ ਤਪ ਕਰਨ ਵਾਲਾ, ਸਾਧਨਾ ਕਰਨ ਵਾਲਾ ਪੁਰਸ਼ ਹੈ, ਤੂੰ ਤਾਂ ਸਮਝਦਾਰ ਮਨੁੱਖ ਹੈ। ਇਹ ਸਿੱਖਿਆ ਤਾਂ ਤੂੰ ਕਮਲ ਦੇ ਕੋਲੋਂ ਵੀ ਲੈ ਸਕਦਾ ਸੀ। ਕਮਲ ਪਾਣੀ ਦੇ ਵਿੱਚ ਉਗਦਾ ਹੈ, ਪਰ ਚੜਾ ਚੱਕੜ ਦੇ ਵਿੱਚ ਫਿਰ ਵੀ ਡੁੱਬਦਾ ਨਹੀਂ, ਸਗੋਂ ਉਹ ਤਾਂ ਜਲ ਵਿੱਚ, ਪਾਣੀ ਦੇ ਵਿੱਚ ਜੋਤ ਜਗਾ ਕੇ ਰੱਖਦਾ। ਜਿਉਂ-ਜਿਉਂ ਪਾਣੀ ਵੱਧਦਾ ਹੈ ਤਿਉਂ-ਤਿਉਂ ਉਹ ਵੀ ਤਰਨ ਜਾਂਦਾ, ਉੱਪਰ ਨੂੰ ਜਾਂਦਾ ਹੈ, ਪਰ ਡੁੱਬਦਾ ਨਹੀਂ। ਸੰਸਾਰ ਤੋਂ ਦੂਰ ਨਹੀਂ ਕੀਤਾ ਜਾ ਸਕਦਾ ਆਪਣੇ ਆਪ ਨੂੰ। ਸੰਸਾਰ ਤੋਂ ਦੂਰ ਜਾ ਕੇ ਗੁਜ਼ਾਰਾ ਹੀ ਨਹੀਂ ਹੈ। ਸਰੀਰ ਸੰਸਾਰ ਦੀ ਦੇਣ ਹੈ, ਨਿਰੰਕਾਰ ਤੋਂ ਵੀ ਦੂਰ ਨਹੀਂ ਜਾ ਸਕਦਾ।
ਜੋ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਹੈ, ਉਹੀ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ, ਤੇ ਜੋ ਸ਼ਬਦ ਦੇ ਰੂਪ ਦੇ ਵਿੱਚ ਗੁਰੂ ਹੈ, ਉਹੀ ਪ੍ਰਕਾਸ਼ ਦੇ ਰੂਪ ਦੇ ਵਿੱਚ ਪਰਮਾਤਮਾ ਹੈ। ਇੱਕ ਰੂਪ ਪਰਮਾਤਮਾ ਦਾ ਨਿਰੰਕਾਰ ਹੈ, ਇੱਕ ਰੂਪ ਉਸ ਦਾ ਸਾਕਾਰ ਹੈ। ਸਾਕਾਰ ਰੂਪ ਦੇ ਵਿੱਚ, ਸਥੂਲ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਵਿਚਰਦਾ ਹੈ, ਤੇ ਨਿਰਾਕਾਰ ਰੂਪ ਦੇ ਵਿੱਚ, ਸਾਖੀ ਰੂਪ ਦੇ ਵਿੱਚ ਉਹ ਆਤਮਾ ਹੈ। ਦੋਵਾਂ ਦੀ ਹੀ ਜ਼ਰੂਰਤ ਹੈ। ਇਸ ਦੇ ਹੀ ਕੋ ਸਿਮਰੇ ਦੇਵ, ਨਾਮਦੇਵ ਦੇ ਆਖਦੇ ਹੀ ਹਨ, ਇਸ ਦੇ ਹੀ ਤੋਂ ਬਗੈਰ ਉਹ ਜਗਿਆ ਹੋਇਆ ਦੀਪਕ ਜਿਸ ਦੀ ਥੋੜੀ ਜਿਹੀ ਵਾਟ ਰਹਿ ਗਈ ਹੈ, ਭਾਵੇਂ ਕਿ ਉਹ ਫਾਲਤੂ ਮਾਤਰੀ ਹੈ। ਜਿਸ ਤਰ੍ਹਾਂ ਕਿ ਪਾਣੀ 99 ਡਿਗਰੀ ਤੱਕ ਤਾਂ ਗਰਮ ਹੋ ਗਿਆ, ਪਰ ਪਾਣੀ ਤਾਂ ਹੀ ਭਾਪ ਬਣੇਗਾ ਜਦੋਂ 100 ਡਿਗਰੀ ਤੇ ਪੁੱਜਿਆ ਇੱਕਦਮ ਕ੍ਰਾਂਤੀ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਸੰਤ ਹੈ, 99 ਡਿਗਰੀ ਤੱਕ ਤੇ ਪਹੁੰਚ ਗਿਆ, ਪਰ ਹਜੇ 100 ਡਿਗਰੀ ਤੱਕ ਨਹੀਂ ਪਹੁੰਚਿਆ। ਜਿਸ ਦਿਨ ਪੁੱਜਿਆ ਉਸੇ ਦਿਨ ਅੰਦਰ ਕ੍ਰਾਂਤੀ ਹੋ ਜਾਵੇਗੀ, ਮਨ ਆਤਮਾ ਹੋ ਜਾਵੇਗਾ, ਪਰਮਾਤਮਾ ਹੋ ਜਾਵੇਗਾ, ਅੰਮ੍ਰਿਤ ਦੀ ਵਰਖਾ ਹੋਵੇਗੀ। ਇਸੇ ਤਰ੍ਹਾਂ ਹੀ ਦੀਪਤੀ ਦੀ ਵਾਟ ਹੈ, ਹਜੇ ਪੂਰੀ ਨਹੀਂ ਹੋਈ। ਜਨਮ ਲੈਣ ਵਾਸਤੇ ਸਰੀਰ ਦੀ ਲੋੜ ਹੈ, ਜਪਣ ਵਾਸਤੇ ਜਪਾਂਗੇ ਤੇ ਜ਼ੁਬਾਨ ਦੇ ਨਾਲ, ਸਰੀਰ ਤੋਂ ਬਗੈਰ ਅਸੀਂ ਜਪ ਨਹੀਂ ਸਕਦੇ, ਸਾਧਨਾ ਨਹੀਂ ਕਰ ਸਕਦੇ, ਤੇ ਇਸ ਤੋਂ ਬਗੈਰ ਸੰਪੂਰਨ ਨਹੀਂ ਹੋ ਸਕਦੇ। ਫਿਰ ਜਨਮ ਸੰਸਾਰ ਦਾ ਹਿੱਸਾ ਹੈ, ਮਾਂ ਦੀ ਵਾਸ਼ਨਾ, ਪਿਤਾ ਦੀ ਵਾਸ਼ਨਾ ਤੇ ਜੀਵ ਆਤਮਾ ਦੀ ਵਾਸ਼ਨਾ, ਤਿੰਨਾਂ ਦਾ ਸੁਮੇਲ ਹੈ। ਨਹੀਂ ਤੇ ਹੋ ਨਹੀਂ ਸਕਦਾ, ਜਨਮ ਹੀ ਨਹੀਂ ਹੋ ਸਕਦਾ। ਤੇ ਜਦੋਂ ਤੱਕ ਮਨੁੱਖ ਦਾ ਜਨਮ ਨਹੀਂ ਹੋ ਸਕਦਾ, ਉਦੋਂ ਤੱਕ ਉਹ ਪਰਮਾਤਮਾ ਨਹੀਂ ਬਣ ਸਕਦਾ। ਮਤਲਬ ਪਰਿਵਾਰ ਤੋਂ ਬਗੈਰ ਨਿਰੰਕਾਰ ਦੀ ਪ੍ਰਾਪਤੀ ਅਸੰਭਵ ਹੈ। ਪਰਿਵਾਰ ਤੋਂ ਬਗੈਰ ਜਨਮ ਨਹੀਂ ਤੇ ਮੰਜ਼ਿਲ ਤੱਕ ਵੀ ਨਹੀਂ ਪਹੁੰਚ ਸਕਦਾ। ਪਰਿਵਾਰ ਹੀ ਉਹ ਨੀਂਹ ਹੈ, ਕਾਮ ਵਾਸ਼ਨਾ ਹੀ ਉਹ ਨੀਂਹ ਹੈ ਜਿਸ ਦੇ ਉੱਤੇ ਪਰਮਾਤਮਾ ਦਾ ਘਰ ਉਸਾਰਿਆ ਜਾ ਸਕਦਾ ਹੈ। ਇਤਨੀਆਂ ਕੁ ਵਿਚਾਰਾਂ ਪ੍ਰਵਾਨ ਕਰਨੀਆਂ। ਬੁਲਾਉਣੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।